ਲਵਪ੍ਰੀਤ ਮਾਮਲੇ ਦੇ ਵਿੱਚ ਬੇਅੰਤ ਕੌਰ ਦੀਆਂ ਮੁਸ਼ਕਿਲਾਂ ਆਖਿਰਕਾਰ ਕਿਵੇਂ ਵੱਧ ਰਹੀਆਂ ਨੇ। ਮਿਸ ਰਿਪਰੈਜ਼ੈਂਟੇਸ਼ਨ, ਕੰਟਰੈਕਟ ਮੈਰਿਜ, ਕਰੀਬ 20 ਪੇਜਾਂ ਦੀ ਪੂਰੀ ਰਿਪੋਰਟ, ਐਫੀਡੇਵਿਟ ਅਤੇ ਕਈ ਤਰ੍ਹਾਂ ਦੇ ਪ੍ਰੂਫ ਵਕੀਲਾਂ ਦੇ ਹੱਥ ਲੱਗ ਚੁੱਕੇ ਨੇ। ਇਹ ਸਾਰੇ ਪ੍ਰੂਫ ਉਹਨਾਂ ਦੇ ਵੱਲੋਂ ਕੈਨੇਡੀਅਨ ਸਰਕਾਰ ਦੇ ਕੋਲ ਭੇਜ ਦਿੱਤੇ ਗਏ ਨੇ ਅਤੇ ਜਲਦ ਹੀ ਇਸ ਤੇ ਕਾਰਵਾਈ ਵੀ ਕੀਤੀ ਜਾਵੇਗੀ। ਸਾਫ਼ ਤੌਰ ਤੇ ਵਕੀਲਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੇਅੰਤ ਕੌਰ ਦੇ ਵੱਲੋਂ ਕਾਗਜ਼ਾਂ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਨੇ ਉਸ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਕੈਨੇਡੀਅਨ ਸਰਕਾਰ ਨਹੀਂ ਬਖਸ਼ੇਗੀ, ਕਿਉਂਕਿ ਇਹ ਇੱਕ ਬਹੁਤ ਵੱਡਾ ਜ਼ੁਰਮ ਮੰਨਿਆ ਜਾਂਦਾ ਹੈ ਅਤੇ ਕੈਨੇਡੀਅਨ ਸਰਕਾਰ ਇਸੇ ਲਈ ਜਾਣੀ ਜਾਂਦੀ ਹੈ ਕਿ ਉਹ ਕਿਸੇ ਵੀ ਅਜਿਹੇ ਮਾਮਲੇ ਦੇ ਵਿੱਚ ਦੇਰੀ ਨਹੀਂ ਕਰਦੀ ਕਿ ਇਨਸਾਫ ਕਿਸੇ ਨੂੰ ਨਾ ਮਿਲੇ। ਇਸ ਦੇ ਨਾਲ ਜੇਕਰ ਕੋਈ ਅਣਗਹਿਲੀ ਕਰਦਾ ਵੀ ਹੈ ਤਾਂ ਉਸ ਦੇ ਵਿਰੁੱਧ ਕਾਨੂੰਨ ਬਣਾਉਣ ਦੇ ਵਿੱਚ ਵੀ ਦੇਰੀ ਨਹੀਂ ਕਰਦੀ। ਵਕੀਲਾਂ ਦੇ ਵੱਲੋਂ ਤਾਂ ਹੁਣ ਇੱਥੋਂ ਤੱਕ ਕਿਹਾ ਜਾਣ ਲੱਗ ਗਿਆ ਕਿ ਜਲਦ ਹੀ ਬੇਅੰਤ ਕੌਰ ਵਾਪਿਸ ਆਵੇਗੀ। ਫਲਾਈਟ ਦੇ ਵਿੱਚ ਬਿਠਾ ਕੇ ਉਸ ਨੂੰ ਭੇਜਿਆ ਜਾਵੇਗਾ। ਕਰੂ ਮੈਂਬਰਸ ਨੂੰ ਖਾਸ ਤੌਰ ਤੇ ਕਿਹਾ ਜਾਵੇਗਾ ਕਿ ਇਸ ਨੂੰ ਦਿੱਲੀ 에ਅਰਪੋਰਟ ਤੋਂ ਇਲਾਵਾ ਹੋਰ ਕਿਤੇ ਨਾ ਉਤਰਨ ਦਿੱਤਾ ਜਾਵੇ। ਦਿੱਲੀ 에ਅਰਪੋਰਟ ਤੇ ਵੀ ਉਸ ਨੂੰ ਪੁਲਿਸ ਦੇ ਕੋਲ ਸੌਂਪਿਆ ਜਾਵੇਗਾ ਤੇ ਇੰਜ ਹੋਵੇਗੀ ਬੇਅੰਤ ਕੌਰ ਡਿਪੋਰਟ। ਜਲਦ ਹੀ ਪੰਜਾਬ ਵੀ ਉਸ ਨੂੰ ਲਿਆਂਦਾ ਜਾਵੇਗਾ। ਇਸ ਸਾਰੇ ਮਾਮਲੇ ਨੂੰ ਲੈ ਕੇ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਆਪਣੇ ਨਿੱਜੀ ਚੈਨਲਾਂ ਨੂੰ ਦਿੱਤੀ ਹੋਈ ਇੰਟਰਵਿਊਜ਼ ਦੇ ਵਿੱਚ ਵਕੀਲਾਂ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਜਲਦ ਹੀ ਇਨਸਾਫ ਮਿਲੇਗਾ। ਅਸਾਈਲਮ ਦੀ ਜੇਕਰ ਗੱਲ ਕਰ ਲਈਏ ਆਪਾਂ ਤਾਂ ਅਸਾਈਲਮ ਨਹੀਂ ਲੈ ਸਕਦੀ ਬੇਅੰਤ ਕੌਰ, ਕਿਉਂਕਿ ਉਸ ਦੇ ਕੋਲ ਕੋਈ ਠੋਸ ਸਬੂਤ ਨਹੀਂ ਹੈ। ਜੇਕਰ ਉਸ ਦੀ ਜਾਨ ਨੂੰ ਖਤਰਾ ਹੈ, ਉਹ ਇਹ ਲਿਖ ਕੇ ਵੀ ਅਸਾਈਲਮ ਲੈਣਾ ਚਾਹੇ ਤਾਂ ਬੇਅੰਤ ਕੌਰ ਨੂੰ ਇਹ ਨਹੀਂ ਮਿਲੇਗਾ। ਇਹ ਵੀ ਦਾਅਵਾ ਵਕੀਲਾਂ ਦੇ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਕਿਸੇ ਖਿਲਾਫ ਜਦੋਂ FIR ਹੋਵੇ ਜਾਂ ਫਿਰ ਉਸਨੇ ਕੋਈ ਕਾਨੂੰਨ ਤੋੜਿਆ ਹੋਵੇ ਤਾਂ ਇਸ ਸੰਬੰਧੀ ਜਾਣਕਾਰੀ ਐਮਬੈਸੀ ਨੂੰ ਜ਼ਰੂਰ ਭੇਜਣੀ ਚਾਹੀਦੀ ਹੈ, ਭਾਵੇਂ ਉਹ ਇੰਡੀਆ ਦੇ ਵਿੱਚ ਇੰਡੀਅਨ ਐਮਬੈਸੀ ਹੋਵੇ ਜਾਂ ਫਿਰ ਕੈਨੇਡਾ ਦੇ ਵਿੱਚ ਇੰਡੀਅਨ ਐਮਬੈਸੀ ਹੀ ਕਿਉਂ ਨਾ ਹੋਵੇ। ਰੈੱਡ ਫਲੈਗਿੰਗ ਜਦੋਂ ਹੋ ਚੁੱਕੀ ਹੋਵੇ ਕਿਸੇ ਦੀ ਫਾਈਲ ਤੇ ਤਾਂ ਉਹ ਆਸਾਨੀ ਦੇ ਨਾਲ ਬਚ ਕੇ ਨਹੀਂ ਜਾ ਸਕਦਾ। ਕਈ ਤਰ੍ਹਾਂ ਦੇ ਸਵਾਲਾਂ ਨੇ ਉਸ ਵਿਅਕਤੀ ਨੂੰ ਘੇਰ ਲਿਆ ਹੁੰਦਾ ਹੈ ਜਿਸ ਤੇ ਕੋਈ ਵੀ FIR ਹੋਈ ਹੋਵੇ। ਡਿਪੋਰਟ ਕਰਵਾਉਣ ਨੂੰ ਲੈ ਕੇ ਵਕੀਲਾਂ ਦੇ ਵੱਲੋਂ ਦੱਸਿਆ ਗਿਆ ਕਿ PR ਅਤੇ ਵਰਕ ਪਰਮਿਟ ਦੇ ਲਈ ਉਸ ਨੂੰ ਬਾਰਡਰ ਤੇ ਜਾਣਾ ਪਵੇਗਾ। ਜੇਕਰ ਉਹ ਸੈਕਸ਼ਨ 40 ਰਿਫਿਊਜੀ ਇਮੀਗ੍ਰੇਸ਼ਨ ਕੈਨੇਡਾ ਦੇ ਹਿਸਾਬ ਦੇ ਨਾਲ ਚੱਲਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਉਸ ਨੂੰ ਦੱਸਣਾ ਪਵੇਗਾ ਕਿ ਕਿਸੇ ਦੇ ਕੋਈ ਮਾਮਲਾ ਚੱਲ ਰਿਹਾ ਹੈ ਜਾਂ ਫਿਰ ਨਹੀਂ, ਔਰ ਇੱਥੇ ਸਾਫ਼ ਹੋ ਜਾਵੇਗਾ ਕਿ ਬੇਅੰਤ ਕੌਰ ਤੇ ਕੋਈ ਮਾਮਲਾ ਚੱਲ ਰਿਹਾ ਹੈ ਜਿਸ ਕਰਕੇ ਉਹ ਉੱਥੇ ਨਹੀਂ ਰਹਿ ਸਕੇਗੀ। ਡਿਪੋਰਟ ਕਰਵਾਏਗੀ ਖੁਦ ਨੂੰ ਜਾਂ ਫਿਰ ਉਹ ਖੁਦ ਜਾਣਾ ਚਾਹੇਗੀ। ਇਸ ਤਰ੍ਹਾਂ ਦੇ ਸਵਾਲ ਉਸ ਨੂੰ ਉੱਥੇ ਪੁੱਛੇ ਜਾਣਗੇ ਅਤੇ ਜਲਦ ਹੀ ਬੇਅੰਤ ਕੌਰ ਨੂੰ ਭਾਰਤ ਰਵਾਨਾ ਹੋਣ ਦੇ ਲਈ ਕਹਿ ਦਿੱਤਾ ਜਾਵੇਗਾ। ਉਸ ਦੇ ਕੋਲ ਸਿਰਫ 2 ਹੀ ਆਪਸ਼ਨਸ ਹੋਣਗੀਆਂ ਕਿ ਉਸ ਨੂੰ ਡਿਪੋਰਟ ਕੀਤਾ ਜਾਵੇ ਜਾਂ ਫਿਰ ਉਹ ਖੁਦ ਕੈਨੇਡਾ ਛੱਡ ਕੇ ਜਾਵੇਗੀ। ਇਹ ਸਾਰੀਆਂ ਗੱਲਾਂ ਬਾਤਾਂ ਵਕੀਲ ਸੁਨੀਲ ਮੱਲਣ ਦੇ ਵੱਲੋਂ ਇੰਟਰਵਿਊ ਦੇ ਦੌਰਾਨ ਕਹੀਆਂ ਗਈਆਂ ਸਨ। ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇੰਡੀਆ ਬਾਰਡਰ ਏਜੰਸੀ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ, ਭੇਜਿਆ ਜਾਂਦਾ ਹੈ ਕਿ ਕੈਨੇਡਾ ਤੋਂ ਕੋਈ ਵਿਅਕਤੀ ਭੇਜ ਰਹੇ ਹਾਂ। 306 ਜੋ ਕਿ ਉਮਰ ਕੈਦ ਤੱਕ ਹੋ ਸਕਦੀ ਹੈ, ਇਹ ਧਾਰਾ ਬੇਅੰਤ ਕੌਰ ਤੇ ਲੱਗ ਚੁੱਕੀ ਹੈ ਅਤੇ ਇਸ ਦੇ ਦੌਰਾਨ ਹੀ 306 ਲੱਗਣ ਤੋਂ ਬਾਅਦ ਬੇਅੰਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ FIR ਹੁੰਦੀ ਹੈ ਤਾਂ ਲੋਕਾਂ ਦੀ ਨੀਂਦ ਉੱਡ ਜਾਂਦੀ ਹੈ, ਔਰ ਇਸ ਕੇਸ ਦੇ ਵਿੱਚ ਤਾਂ ਜਦੋਂ ਹੁਣ ਅਗਲੀ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ, ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬੇਅੰਤ ਕੌਰ ਤੋਂ ਇਲਾਵਾ ਉਸਦੇ ਮਾਪਿਆਂ ਤੇ ਵੀ ਇਹ ਸਾਰੀਆਂ ਧਾਰਾਵਾਂ ਜੋੜੀਆਂ ਜਾਣੀਆਂ ਚਾਹੀਦੀਆਂ ਨੇ। ਤਾਂ ਵਕੀਲਾਂ ਦਾ ਕਹਿਣਾ ਹੈ ਕਿ ਜਲਦ ਹੀ ਉਸਦੇ ਮਾਪਿਓ ਜਦੋਂ ਜੇਲ੍ਹ ਦੇ ਵਿੱਚ ਹੋਣਗੇ ਕਿ ਉਸ ਤੋਂ ਬਾਅਦ ਵੀ ਬੇਅੰਤ ਕੌਰ ਇੰਡੀਆ ਨਹੀਂ ਆਵੇਗੀ। ਬੇਅੰਤ ਕੌਰ ਅਸਾਈਲਮ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਵਕੀਲ ਦੇ ਵੱਲੋਂ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਉੱਡਦੀਆਂ ਖਬਰਾਂ ਪਹੁੰਚ ਰਹੀਆਂ ਨੇ ਕਿ ਬੇਅੰਤ ਕੌਰ ਅਸਾਈਲਮ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਵਕੀਲ ਸਾਹਿਬ ਦਾ ਕਹਿਣਾ ਸੀ ਕਿ ਬੇਅੰਤ ਕੌਰ ਦੇ ਮਾੜੇ ਦਿਨ ਉਸ ਦਿਨ ਤੋਂ ਹੀ ਸ਼ੁਰੂ ਹੋ ਗਏ ਸਨ ਜਦੋਂ ਉਸਨੇ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਸੀ। ਬੇਅੰਤ ਕੌਰ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੈਸਿਆਂ ਦੇ ਆਫਰ ਕੀਤੇ ਜਾ ਰਹੇ ਨੇ। ਲਵਪ੍ਰੀਤ ਅਤੇ ਬੇਅੰਤ ਕੌਰ ਦਾ ਵਿਆਹ ਹੁੰਦਾ ਹੈ, ਉਸ ਤੋਂ ਬਾਅਦ ਬੇਅੰਤ ਕੌਰ ਦੇ ਰਵੱਈਏ ਤੋਂ ਪਰੇਸ਼ਾਨ ਹੋ ਕੇ ਕਿਹਾ ਜਾ ਰਿਹਾ ਹੈ ਕਿ ਲਵਪ੍ਰੀਤ ਨੇ ਖੁਦਕੁਸ਼ੀ ਕਰ ਲਈ ਸੀ। ਜਦੋਂ ਹੁਣ ਲਵਪ੍ਰੀਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਬੇਅੰਤ ਕੌਰ ਤੇ ਕਈ ਤਰ੍ਹਾਂ ਦੇ ਸ਼ਿਕੰਜੇ ਕੱਸੇ ਜਾ ਰਹੇ ਨੇ। ਸੋਸ਼ਲ ਮੀਡੀਆ ਤੇ ਉਸ ਦਾ ਬਾਈਕਾਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਅਜਿਹੇ ਮਾਹੌਲ ਦੇ ਵਿੱਚ ਬੇਅੰਤ ਕੌਰ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੈਸਿਆਂ ਦੀ ਆਫਰ ਕੀਤੀ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਵੀ ਪੰਜਾਬ ਵਾਲੇ ਵਕੀਲ ਦੇ ਵੱਲੋਂ ਕੀਤਾ ਗਿਆ, ਪਰ
ਲਵਪ੍ਰੀਤ ਲਾਡੀ ਦੇ ਪਰਿਵਾਰਕ ਮੈਂਬਰ ਇਸ ਗੱਲ ਦੇ ਲਈ ਕਦੇ ਵੀ ਰਾਜ਼ੀ ਨਹੀਂ ਹੋਣਗੇ ਕਿ ਉਹ ਪੈਸਿਆਂ ਦੇ ਆਫਰ ਦੇ ਹੇਠ ਆ ਕੇ ਆਪਣੇ ਪੁੱਤ ਨੂੰ ਇਨਸਾਫ ਨਾ ਦਿਵਾਉਣ। ਇਸ ਤੋਂ ਬਾਅਦ ਇੱਕ ਹੋਰ ਖਬਰ ਜਿਹੜੀ ਸਾਂਝੀ ਕੀਤੀ ਗਈ, ਇਸ ਸਮੇਂ ਦੀ ਵੱਡੀ ਅਤੇ ਅਹਿਮ ਖਬਰ ਹੈ ਰਬਦੀਪ ਨੂੰ ਲੈ ਕੇ। ਵਕੀਲ ਸਾਹਿਬ ਦਾ ਕਹਿਣਾ ਸੀ ਕਿ ਰਬਦੀਪ ਜਿਸਨੇ ਜੱਫੀ ਪਾ ਕੇ ਫੋਟੋ ਖਿਚਵਾਈ ਹੋਈ ਸੀ, ਇਸ ਤੋਂ ਬਾਅਦ ਉਸ ਦੀ ਵਾਰੀ ਆਵੇਗੀ। ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮਾਪਿਆਂ ਤੇ ਕਾਰਵਾਈ ਕੀਤੀ ਜਾਵੇ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਰਬਦੀਪ ਦਾ ਨੰਬਰ ਲੱਗੇਗਾ ਕਿਉਂਕਿ ਉਹਨੇ ਵੀ ਪੂਰੀ ਤਰ੍ਹਾਂ ਦੇ ਨਾਲ ਸਾਥ ਦਿੱਤਾ। ਇਹੀ ਕਾਰਨ ਹੈ ਕਿ ਸ਼ਾਇਦ ਬੇਅੰਤ ਕੌਰ ਨੂੰ ਲਵਪ੍ਰੀਤ ਦੀ ਕਮੀ ਉੱਥੇ ਨਹੀਂ ਖਲਦੀ ਸੀ, ਜਿਸ ਕਰਕੇ ਪੂਰਾ ਜਿਹੜਾ ਵਿੱਚ ਯੋਗਦਾਨ ਪਾਇਆ ਗਿਆ ਰਬਦੀਪ ਦੇ ਵੱਲੋਂ, ਜਿਸ ਦੇ ਚੱਲਦੇ ਉਸ ਦੇ ਸਾਥ ਦੇਣ ਦੇ ਇਲਜ਼ਾਮ ਹੁਣ ਲੱਗ ਰਹੇ ਨੇ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਲਦ ਹੀ ਇਹਨੂੰ ਵੀ ਪੰਜਾਬ ਲਿਆਂਦਾ ਜਾਵੇਗਾ। ਪੂਰੀ ਬਣਦੀ ਕਾਰਵਾਈ ਇਸ ਮੁੰਡੇ ਤੇ ਵੀ ਕੀਤੀ ਜਾਵੇਗੀ ਜਿਸ ਦਾ ਨਾਮ ਰਬਦੀਪ ਦੱਸਿਆ ਜਾ ਰਿਹਾ ਹੈ, ਜੋ ਕਿ ਬੇਅੰਤ ਕੌਰ ਦੇ ਨਾਲ ਫੋਟੋ ਖਿਚਵਾਉਂਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਸ ਫੋਟੋ ਦੇ ਬਾਰੇ ਬੇਅੰਤ ਕੌਰ ਦੇ ਵੱਲੋਂ ਕਿਹਾ ਗਿਆ ਕਿ ਇਹ ਗਰੁੱਪ ਫੋਟੋ ਸੀ ਅਤੇ ਕਾਲਜ ਸਮੇਂ ਦੀ ਫੋਟੋ ਸੀ, ਪਰ ਇਸ ਦੇ ਬਾਵਜੂਦ ਵੀ ਜਦੋਂ ਵਕੀਲ ਇਹ ਸਵਾਲ ਖੜਾ ਕਰਦੇ ਨੇ ਕਿ ਪੂਰੀ ਫੋਟੋ ਗਰੁੱਪ ਫੋਟੋ ਦਿਖਾਈ ਜਾਵੇ ਤਾਂ ਇਸ ਤੋਂ ਬਾਅਦ ਕੋਈ ਜਵਾਬ ਨਹੀਂ ਆਉਂਦਾ। ਵਕੀਲਾਂ ਦਾ ਕਹਿਣਾ ਸੀ ਕਿ ਹੁਣ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਜੇਕਰ ਬੇਅੰਤ ਕੌਰ ਬੇਲ ਲੈਣ ਦੀ ਜਾਂ ਫਿਰ ਉਸਦੇ ਪਰਿਵਾਰਕ ਮੈਂਬਰ ਬੇਲ ਲੈਣ ਦੀ ਕੋਸ਼ਿਸ਼ ਵੀ ਕਰਨਗੇ ਤਾਂ ਅਸੀਂ ਉਸ ਨੂੰ ਖਾਰਿਜ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਬੇਅੰਤ ਕੌਰ ਸੋਸ਼ਲੀ ਜੇਲ੍ਹ ਦੇ ਵਿੱਚ ਬੰਦ ਹੈ, ਇਹ ਕਹਿਣਾ ਸੀਗਾ ਵਕੀਲ ਸਾਹਿਬ ਦਾ। ਉਹਨਾਂ ਦਾ ਕਹਿਣਾ ਹੈ ਕਿ ਨੰਬਰ ਆਪਣੇ ਬਦਲ ਲਏ ਗਏ ਨੇ। ਬੇਅੰਤ ਕੌਰ ਦੇ ਵੱਲੋਂ ਸੋਸ਼ਲ ਮੀਡੀਆ ਅਤੇ ਸੋਸ਼ਲ ਅਕਾਊਂਟ ਸਾਰੇ ਬੰਦ ਕਰ ਦਿੱਤੇ ਗਏ ਨੇ। ਲੋਕਾਂ ਤੋਂ ਭੱਜਦੀ ਉਹ ਨਜ਼ਰ ਆ ਰਹੀ ਹੈ ਤਾਂ ਉਸ ਦੀ ਸਜ਼ਾ ਉਸ ਨੂੰ ਉਸ ਦਿਨ ਤੋਂ ਹੀ ਮਿਲਣੀ ਸ਼ੁਰੂ ਹੋ ਗਈ ਸੀ ਜਿਸ ਸਮੇਂ ਤੋਂ ਉਸਨੇ ਸਾਹਮਣੇ ਆ ਕੇ ਝੂਠ ਬੋਲਿਆ ਸੀ ਅਤੇ ਲਵਪ੍ਰੀਤ ਇਸ ਦੁਨੀਆ ਤੋਂ ਚਲਾ ਗਿਆ ਸੀ। ਪਰਿਵਾਰਿਕ ਮੈਂਬਰ ਹੋਣ ਜਾਂ ਫਿਰ ਸਮਾਜਿਕ ਜਥੇਬੰਦੀਆਂ ਹੋਣ, ਵਕੀਲ ਸਾਹਿਬਾਂ ਦਾ ਸਮੂਹ ਹੋਵੇ, ਭਾਵੇਂ ਕੈਨੇਡਾ ਵਾਲੇ ਵਕੀਲ ਹੋਣ ਜਾਂ ਫਿਰ ਪੰਜਾਬ ਵਾਲੇ ਵਕੀਲ ਹੋਣ ਜੋ ਕਿ ਆਪਣੀ ਟੀਮ ਦੇ ਨਾਲ ਕੰਮ ਕਰ ਰਹੇ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਅਤੇ ਜਲਦ ਹੀ ਇਸ ਮਸਲੇ ਦਾ ਹੱਲ ਨਿਕਲੇਗਾ ਅਤੇ ਇਨਸਾਫ ਮਿਲੇਗਾ। ਬੇਅੰਤ ਕੌਰ ਕਿਸ ਤਰ੍ਹਾਂ ਦੇ ਨਾਲ ਡਿਪੋਰਟ ਹੋਵੇਗੀ ਇਹ ਵੀ ਦੱਸਿਆ ਗਿਆ ਅਤੇ ਕਿਵੇਂ ਉਸ ਨੂੰ ਜਹਾਜ਼ ਦੇ ਵਿੱਚ ਬਿਠਾ ਕੇ ਦਿੱਲੀ 에ਅਰਪੋਰਟ ਤੱਕ ਲਿਆਂਦਾ ਜਾਵੇਗਾ ਅਤੇ ਪੁਲਿਸ ਨੂੰ ਸੌਂਪਿਆ ਜਾਵੇਗਾ। ਇਸ ਸੰਬੰਧੀ ਵੀ ਸਾਰੀ ਗੱਲਬਾਤ ਅਤੇ ਜਾਣਕਾਰੀ ਹੁਣ ਵਕੀਲਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ। ਬੇਅੰਤ ਕੌਰ ਤੋਂ ਕਈ ਗਲਤੀਆਂ ਹੋਈਆਂ ਨੇ ਕਾਗਜ਼ਾਂ ਦੇ ਵਿੱਚ, ਇਸ ਦਾ ਹਵਾਲਾ ਦਿੰਦੇ ਹੋਏ 100% ਕਿਹਾ ਜਾ ਰਿਹਾ ਹੈ ਕਿ ਜਲਦ ਹੀ ਬੇਅੰਤ ਕੌਰ ਡਿਪੋਰਟ ਹੋਵੇਗੀ। ਇਹ ਵੀ ਦੱਸਿਆ ਗਿਆ ਹਵਾਲਾ ਦਿੰਦੇ ਹੋਏ ਕਿ ਪਿਛਲੇ ਦਿਨੀ ਇੱਕ ਹੋਰ ਸਟੂਡੈਂਟ ਨੂੰ ਵੀ ਡਿਪੋਰਟ ਕੀਤਾ ਗਿਆ ਸੀ। ਇਸ ਗੱਲ ਦੀ ਜਾਣਕਾਰੀ ਕੈਨੇਡਾ ਵਾਲੇ ਵਕੀਲ ਦੇ ਵੱਲੋਂ ਦਿੱਤੀ ਗਈ ਸੀ ਕਿ ਇੱਕ ਸਟੂਡੈਂਟ ਜੋ ਕਿ ਤੈਅਸ਼ੁਦਾ ਘੰਟਿਆਂ ਤੋਂ ਜ਼ਿਆਦਾ ਕੰਮ ਕਰਦਾ ਸੀ, ਉਸ ਨੂੰ ਵੀ ਡਿਪੋਰਟ ਬੀਤੇ ਦਿਨਾਂ ਦੇ ਵਿੱਚ ਕੀਤਾ ਗਿਆ ਸੀ, ਜਿਸ ਨੇ ਕਿ ਕਾਫੀ ਤਰਲੇ ਮਿੰਨਤਾਂ ਕੀਤੀਆਂ ਸੀ, ਪਰ ਇਸ ਦੇ ਬਾਵਜੂਦ ਵੀ ਕਾਨੂੰਨ ਤੋੜਨਾ ਇੱਕ ਬਹੁਤ ਵੱਡਾ ਜ਼ੁਰਮ ਹੈ, ਇਸ ਕਰਕੇ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਵੀ ਬੇਅੰਤ ਕੌਰ ਨੂੰ ਡਿਪੋਰਟ ਹੋਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਜਲਦ ਹੀ ਬੇਅੰਤ ਕੌਰ ਪੰਜਾਬ ਵਾਪਸ ਆਵੇਗੀ।